ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਖਾਲਸੋ ਬੇਕੀਨਾ ਗੁਰ ਗੋਬਿੰਦ ਸਿੰਘ ਹਕ ਹਕ ਆਈਨਾ ਗੁਰ ਗੋਬਿੰਦ ਸਿੰਘ ਹਕ ਹਕ ਆਈਨਾ ਗੁਰ ਗੋਬਿੰਦ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਧ ਸੰਗਤ ਜੀਓ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪੈਗੰਬਰਾਂ ਦੇ ਸ਼ਹਿਨਸ਼ਾਹ, ਨੀਲੇ ਦੇ ਸ਼ਾਹ ਅਸਵਾਰ, ਅੰਮ੍ਰਿਤ ਕੇ ਦਾਤੇ ਸਤਿਗੁਰੂ ਕਲਗੀਧਰ ਪਾਤਸ਼ਾਹ, ਤਿੰਨਾਂ ਦੇ ਚਰਨਾਂ ਵਿੱਚ ਸ਼ਰਧਾ ਦੇ ਪਿਆਰ ਦੇ ਫੁੱਲ ਭੇਟਾ ਕਰਨ ਲਈ ਜੁੜ ਰਹੇ ਹਾਂ। ਐਸੇ ਸੋਹਣੇ ਦਾਤਾ ਜੀ ਜਿਨ੍ਹਾਂ ਨੇ ਜਗਤ ਨੂੰ ਦੱਸਿਆ, ਸਾਚ ਕਹੂੰ ਸੁਨ ਲੇਹੋ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਹਿੰਦੇ ਜਿਨ੍ਹਾਂ ਨੇ ਵੀ ਪ੍ਰੇਮ ਕੀਤਾ ਹੈ ਉਹਨਾਂ ਨੇ ਪ੍ਰਭੂ ਨੂੰ ਪਾ ਲਿਆ ਹੈ, ਕਿਉਂਕਿ ਪਰਿਪੂਰਨ ਪਰਮਾਤਮਾ ਆਪ ਚੌਹਾਂ ਕੁੰਟਾਂ ਵਿੱਚ, ਦਸਾਂ ਦਿਸ਼ਾਵਾਂ ਵਿੱਚ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਉਹ ਆਪ ਪ੍ਰੇਮ ਰੂਪ ਹੋ ਕੇ ਘਟ ਘਟ ਵਿੱਚ ਫੈਲਿਆ ਸਮਾਇਆ ਹੋਇਆ ਹੈ, ਤੇ ਜਿਹੜਾ ਵੀ ਪ੍ਰੇਮ ਦੇ ਘਰ ਵਿੱਚ ਆਂਦਾ ਹੈ ਉਹਦਾ ਪਰਮੇਸ਼ਰ ਨਾਲ ਮਿਲਾਪ ਹੋ ਜਾਂਦਾ ਹੈ। ਐਸੇ ਸੋਹਣੇ ਸਤਿਗੁਰੂ ਜਿਨ੍ਹਾਂ ਦੇ ਚੋਜ ਇੱਕ ਤੋਂ ਇੱਕ ਨਿਆਰੇ ਹਨ, ਇੱਕ ਤੋਂ ਇੱਕ ਅਲੌਕਿਕ ਹਨ। ਅੱਜ ਅਸੀਂ ਐਸੇ ਦਾਤਿਆਂ ਦੇ ਆਗਮਨ ਦੀ ਕਥਾ, ਪ੍ਰਕਾਸ਼ ਦਿਹਾੜੇ ਦੀ ਕਥਾ ਸਾਂਝੀ ਕਰ ਰਹੇ ਹਾਂ। ਮਹਾਂਪੁਰਖ ਕਿਆ ਕਰਦੇ ਨੇ, ਜਦੋਂ ਕਲਗੀਆਂ ਵਾਲੇ ਦੇ ਚੋਜ ਪੜ੍ਹੇ ਜਾਂਦੇ ਨੇ, ਸੁਣੇ ਜਾਂਦੇ ਨੇ, ਸੁਣਾਏ ਜਾਂਦੇ ਨੇ, ਤੇ ਕਈ ਵਾਰੀ ਅੰਦਰਲਾ ਖਿੱਚ ਖਾਂਦਾ ਕਿ ਕਾਸ਼ ਜਦੋਂ ਕਲਗੀਆਂ ਵਾਲੇ ਇਸ ਧਰਾ ਦੇ ਉੱਤੇ ਆਏ ਉਦੋਂ ਅਸੀਂ ਵੀ ਜਗਤ ਵਿੱਚ ਆਏ ਹੁੰਦੇ। ਇਹਨਾਂ ਨੇਤਰਾਂ ਨਾਲ ਦਾਤੇ ਦੇ ਦੀਦਾਰ ਕਰਕੇ ਕ੍ਰਿਤ ਹੁੰਦੇ। ਆ ਮਸਤਕ ਉਸ ਦਾਤੇ ਦੇ ਚਰਨ ਕਮਲਾਂ ਦੇ ਉੱਤੇ ਰੱਖਦੇ, ਦਾਤੇ ਦੇ ਹੁਕਮਾਂ ਦੇ ਉੱਤੇ ਚੱਲ ਕੇ ਤੇ ਆਪਣਾ ਆਪਾ ਪ੍ਰਵਾਨ ਚੜਾ ਦਿੰਦੇ। ਗੁਰਮੁਖ ਪਿਆਰੇ ਕਹਿੰਦੇ ਏਦਾਂ ਦੇ ਭਾਵ ਕਦੇ ਨਾ ਕਦੇ ਪ੍ਰੇਮੀਆਂ ਦੇ ਹਿਰਦੇ ਵਿੱਚ ਫੇਰਾ ਪਾਉਂਦੇ ਨੇ, ਤੇ ਇਹ ਬੜੀ ਹੀ ਪਵਿੱਤਰ ਗੱਲ ਹੈ। ਜੇ ਏਦਾਂ ਦੇ ਵਿਚਾਰ ਅੰਦਰ ਆਵਣ, ਉੱਦਾਂ ਗੁਰੂ ਕੀ ਸਾਖੀ ਨੂੰ ਅਦਬ ਸਹਿਤ ਸੁਣਨਾ ਤੇ ਸੁਣਾਣਾ, ਇਹ ਵੀ ਗੁਰੂ ਜੀ ਦੇ ਨੇੜੇ ਹੋਣਾ। ਸ਼ਬਦ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰਿਆਂ ਵਿੱਚੋਂ ਵੀ ਕਲਗੀਧਰ ਦੇ ਦਰਸ਼ਨ, ਔਰ ਖਾਲਸਾ ਪੰਥ ਵਿੱਚੋਂ ਵੀ ਕਲਗੀਧਰ ਦੇ ਦੀਦਾਰੇ, ਤੇ ਗੁਰੂ ਦੀ ਸਾਖੀ ਕਥਾ, ਅੰਮ੍ਰਿਤ ਕਥਾ ਸਰਵਣ ਕਰਦਿਆਂ ਵੀ ਬੰਦਾ ਗੁਰੂ ਦੇ ਦੀਦਾਰੇ ਕਰਦਾ ਹੈ। ਜਿਸ ਸੋਹਣੇ ਸਤਿਗੁਰਾਂ ਦਾ ਨਾਮ ਲੈਂਦਿਆਂ, ਪਿਆਰ ਵਿੱਚ ਆਉਂਦਿਆਂ ਹੀ ਸੁਰਤ ਅਨੇਕਾਂ ਪੜਦਿਆਂ ਨੂੰ ਪਾੜ ਕੇ ਹਕੀਕਤ ਦੀ ਰੌਸ਼ਨੀ ਵਿੱਚ ਪਹੁੰਚਦੀ ਹੈ। ਹੈਰਾਨ ਹੁੰਦਾ ਬੰਦਾ, ਜਿਹੜੇ ਗੁਰਮੁਖ ਪਿਆਰੇ ਉਸ ਵੇਲੇ ਬਾਲਾ ਪ੍ਰੀਤਮ ਗੋਬਿੰਦ ਰਾਏ ਦੇ ਦੀਦਾਰੇ ਕਰਦੇ ਹੋਣਗੇ, ਉਹਨਾਂ ਤੇ ਕਿੱਦਾਂ ਦੀ ਮਿਹਰ ਦੀ ਬਾਰਿਸ਼ ਹੁੰਦੀ ਹੋਵੇ, ਉਹਨਾਂ ਤੇ ਕਿਵੇਂ ਰਹਿਮਤ ਦਾ ਮੀਂਹ ਵਰਦਾ ਹੋਏਗਾ।
ਸਾਧ ਸੰਗਤ ਜੀਓ, ਕਲਗੀਧਰ ਸੱਚੇ ਪਾਤਸ਼ਾਹ ਪੋਹ ਸੁਦੀ 7ਵੀਂ, ਅੱਧੀ ਰਾਤ ਤੋਂ ਵਧੇਕ ਸਮਾਂ ਬਸਰ ਹੋ ਚੁੱਕਾ ਹੈ। ਅਸਮਾਨ ਬਿਲਕੁਲ ਸਾਫ਼ ਹੈ, ਤਾਰੇ ਡਲਕਾਂ ਮਾਰ ਰਹੇ ਨੇ। ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਗ੍ਰਹਿ, ਧੰਨ ਮਾਤਾ ਗੁਜਰੀ ਜੀ ਦੇ ਕੁੱਖ ਤੋਂ ਪਟਨੇ ਦੀ ਧਰਤੀ ਦੇ ਉੱਤੇ ਅਵਤਾਰ ਧਾਰੀ ਹੋਏ। ਜਦੋਂ ਸਾਹਿਬ ਜੀ ਅਵਤਾਰ ਧਾਰੀ ਹੋਏ, ਉਦੋਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਧਰ ਬੰਗਾਲ, ਅਸਾਮ ਵਾਲੇ ਪਾਸੇ ਜਗਤ ਨੂੰ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰੰਗ ਰਹੇ ਸਨ। ਘਰ ਵਿੱਚ ਮਾਤਾ ਨਾਨਕੀ ਦਾਦੀ ਅਤੇ ਮਾਮਾ ਕਿਰਪਾਲ ਚੰਦ ਜੀ ਹਨ। ਸਾਧ ਸੰਗਤ ਲਿਖਿਆ ਸਾਡੇ ਗ੍ਰੰਥਾਂ ਵਿੱਚ ਕਿ ਪਟਨੇ ਵਿਖੇ ਜਿਹੜੇ ਪਰਮੇਸ਼ਰ ਦੇ ਪਿਆਰ ਵਾਲੇ ਸਨ, ਬੰਦਗੀ ਵਾਲੇ ਸਨ, ਇਬਾਦਤ ਵਾਲੇ ਸਨ, ਉਹਨਾਂ ਨੂੰ ਉਸ ਰਾਤ ਨੀਂਦ ਨਹੀਂ ਆ ਰਹੀ ਹੈ। ਉਹਨਾਂ ਨੂੰ ਇੱਕ ਕਮਾਲ ਦੀ ਸੁਗੰਧ ਮਹਿਸੂਸ ਹੋ ਰਹੀ ਹੈ ਔਰ ਉਹਨਾਂ ਦਾ ਅੰਦਰਲਾ ਇੱਦਾਂ ਮਹਿਸੂਸ ਕਰ ਰਿਹਾ ਕਿ ਕੋਈ ਵੱਡੀ ਬਖਸ਼ਿਸ਼ ਉਤਰਨ ਵਾਲੀ ਹੈ, ਕੋਈ ਵੱਡੀ ਮਿਹਰ ਉਤਰ ਰਹੀ ਹੈ, ਪਰ ਪੂਰਨ ਰੂਪ ਵਿੱਚ ਉਹਨਾਂ ਨੂੰ ਗਿਆਤ ਨਹੀਂ ਆ ਰਹੀ ਹੈ। ਤੇ ਲਿਖਿਆ ਹੈ, ਅੰਬਾਲੇ ਦੇ ਨੇੜੇ ਕੁੜਾਹਮ ਵਿਖੇ ਇੱਕ ਫਕੀਰ ਰਹਿੰਦਾ ਹੈ, ਇੱਕ ਪੀਰ ਰਹਿੰਦਾ ਹੈ, ਜਿਨ੍ਹੇ ਮਾਰਫਤ ਦੇ ਰੰਗਾਂ ਵਿੱਚ ਇਸ ਰਾਜ਼ ਨੂੰ ਪਾ ਲਿਆ ਹੈ। ਭੀਖਣ ਸ਼ਾਹ ਚਿਸ਼ਤੀ ਉਹਦਾ ਨਾਂ ਹੈ। ਕਹਿੰਦੇ ਉਸ ਨੂੰ ਪਤਾ ਲੱਗਿਆ ਪੈਗੰਬਰਾਂ ਦੇ ਸ਼ਹਿਨਸ਼ਾਹ ਇਸ ਧਰਤੀ ਨੂੰ ਭਾਗ ਲਾ ਰਹੇ ਨੇ। ਉਹਨੇ ਆਪਣੇ ਮੁਰੀਦਾਂ ਨੂੰ ਉਠਾਇਆ, ਸਾਰੀ ਗੱਲ ਦੱਸੀ ਹੈ ਤੇ ਦਰਸ਼ਨਾਂ ਦੀ ਖਿੱਚ ਬਾਰੇ ਕਿਹਾ। ਉਹਦੇ ਮੁਰੀਦਾਂ ਨੇ ਪੀਰ ਦੀ ਅਜ਼ਮਤ ਤੇ ਵਡਿਆਈ ਦੇ ਅੱਗੇ ਸੀਸ ਝੁਕਾਇਆ ਤੇ ਕਹਿੰਦੇ, ਇੱਧਰ ਅਵਤਾਰ ਧਾਰੀ ਹੋਏ ਦਾਤੇ, ਉਧਰ ਪੀਰ ਜੀ ਨੇ ਚਾਲੇ ਪਾ ਦਿੱਤੇ। 3.5 ਮਹੀਨਿਆਂ ਬਾਅਦ ਇਹ ਪੀਰ ਜੀ ਪਟਨੇ ਪਹੁੰਚਦੇ ਹਨ ਔਰ ਇਸ ਸੋਹਣੇ ਘਰ ਦੇ ਅੱਗੇ ਆ ਕੇ ਬੇਨਤੀ ਕਰਦੇ ਨੇ ਔਰ ਮਾਮਾ ਕਿਰਪਾਲ ਜੀ ਬਾਲਾ ਪ੍ਰੀਤਮ ਜੀ ਨੂੰ ਲੈ ਕੇ ਆਂਦੇ ਨੇ, ਗੋਬਿੰਦ ਰਾਏ ਜੀ ਨੂੰ, ਔਰ ਇਹ ਪੀਰ ਦੀਦਾਰੇ ਕਰਦਾ ਹੈ। ਲਿਖਿਆ, ਇੰਨਾ ਪਿਆਰ ਵਿੱਚ ਆਇਆ, ਇਸ ਨੇ ਬਾਲਾ ਪ੍ਰੀਤਮ ਦੇ ਚਰਨਾਂ ਦੀ ਛੋਹ ਪ੍ਰਾਪਤ ਕੀਤੀ ਹੈ। ਫਿਰ ਸਾਧ ਸੰਗਤ ਚੁੰਮਿਆ ਇਸ ਨੇ ਮਹਾਰਾਜ ਦੇ ਚਰਨਾਂ ਨੂੰ ਔਰ ਬੜੇ ਰੰਗ ਵਿੱਚ ਹੈ, ਬੜੇ ਰਸ ਵਿੱਚ ਹੈ। ਤੇ ਭਾਈ ਵੀਰ ਸਿੰਘ ਕਹਿੰਦੇ, ਕਈ ਵਾਰੀ ਵੱਡੇ ਵੱਡੇ ਫਕੀਰਾਂ ਨੂੰ ਵੀ ਕੁਝ ਪੜਦੇ ਰਹਿ ਜਾਂਦੇ ਨੇ। ਉਹਦੇ ਅੰਦਰ ਇਹ ਵਿਚਾਰ ਆਈ ਕਿ ਇਹ ਹਿੰਦੂਆਂ ਦੇ ਹੋਵਣਗੇ ਕਿ ਸਾਡੇ ਹੋਵਣਗੇ। ਸਾਧ ਸੰਗਤ ਜੀ ਮਨ ਵਿੱਚ ਇਹ ਵਿਚਾਰ ਲਿਆ ਕੇ ਉਸ ਨੇ 2 ਕੁੱਜੇ, ਇੱਕ ਵਿੱਚ ਦੁੱਧ, ਇੱਕ ਵਿੱਚ ਪਾਣੀ ਪਾ ਕੇ ਅੱਗੇ ਕੀਤਾ ਤੇ ਮਨ ਵਿੱਚ ਵਿਚਾਰਿਆ, ਜੇ ਪਾਣੀ ਦੇ ਕੁੱਜੇ ਤੇ ਹੱਥ ਰੱਖਣ ਤਾਂ ਮੈਂ ਸਮਝਾਂਗਾ ਇਹ ਹਿੰਦੂਆਂ ਦੇ ਹੋਵਣਗੇ, ਜੇ ਦੁੱਧ ਦੇ ਕੁੱਜੇ ਤੇ ਹੱਥ ਰੱਖਿਆ ਫਿਰ ਇਹ ਸਾਡੇ ਹੋਣਗੇ। ਸਾਧ ਸੰਗਤ ਜੀ ਮੁਸਕਰਾਉਂਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਜੀ ਉਮਰ 3.5 ਮਹੀਨਿਆਂ ਦੀ ਦੋਵਾਂ ਕੁੱਜਿਆਂ ਤੇ ਹੱਥ ਰੱਖਿਆ। ਫਿਰ ਲਿਖਦੇ ਨੇ ਭਾਈ ਵੀਰ ਸਿੰਘ ਜੀ, ਪੈਰ ਮਾਰ ਕੇ ਦੋਵਾਂ ਕੁੱਜਿਆਂ ਨੂੰ ਰੋੜ ਦਿੱਤਾ। ਦੁੱਧ ਤੇ ਪਾਣੀ ਇਕੱਠੇ ਹੋ ਕੇ ਵਗ ਰਹੇ ਨੇ। ਪੀਰ ਜੀ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉਹਨੇ ਅੰਦਰੋਂ ਜਾਣ ਲਿਆ ਇਹ ਦੋਵਾਂ ਦੇ ਹੋਵਣਗੇ। ਤੇ ਜਿਵੇਂ ਦੁੱਧ ਤੇ ਪਾਣੀ ਦੀ ਪ੍ਰੀਤ ਮਸ਼ਹੂਰ ਹੈ, ਇਹ ਦੋਵਾਂ ਨੂੰ ਵਰਨ ਆਸ਼ਰਮ ਤੇ ਤਵੱਸਬ ਦੇ ਭਾਂਡਿਆਂ ਵਿੱਚੋਂ ਕੱਢ ਕੇ ਪ੍ਰੇਮ ਦੇ ਨਾਲ ਗੁਣ ਦੇਣਗੇ।
ਸਾਧ ਸੰਗਤ ਜੀ, ਪੀਰ ਜੀ ਸਿਜਦੇ ਵਿੱਚ ਪੈ ਕੇ ਵਾਪਸ ਮੁੜੇ ਨੇ। ਔਰ ਮਾਤਾ ਗੁਜਰੀ ਜੀ, ਜਿਨ੍ਹਾਂ ਦੇ ਬਾਰੇ ਵਿਦਵਾਨਾਂ ਨੇ ਕਿਹਾ ਹੈ, ਕਹਿੰਦੇ ਨੇ ਹਰਿੰਦਰ ਸਿੰਘ ਮਹਿਬੂਬ, ਦੁਨੀਆ ਵਿੱਚ ਕਿਸੇ ਮਾਂ ਨੇ ਕਿਸੇ ਪੁੱਤਰ ਦੀ ਇੱਦਾਂ ਦੀ ਪਰਵਰਿਸ਼ ਨਹੀਂ ਕੀਤੀ ਹੋਣੀ ਜਿਸ ਤਰੀਕੇ ਨਾਲ ਮਾਤਾ ਗੁਜਰੀ ਜੀ ਬਾਲ ਗੋਬਿੰਦ ਰਾਏ ਦੀ ਪਰਵਰਿਸ਼ ਕਰ ਰਹੇ ਹਨ। ਸਾਧ ਸੰਗਤ ਜੀ, ਕਰੀਬਨ 1 ਸਾਲ ਦੇ ਹੋ ਚੁੱਕੇ ਨੇ ਬਾਲਾ ਪ੍ਰੀਤਮ, ਜਦੋਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜਗਤ ਜਲੰਦੇ ਤੇ ਮਿਹਰਾਂ ਕਰਕੇ ਭੈ ਕਾਹੂ ਕੋ ਦੇਤ ਨੈ, ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਹੇ ਬਖਾਨ। ਐਸਾ ਸੁੱਚਾ ਗਿਆਨ ਵੰਡ ਕੇ ਮੇਰੇ ਪਾਤਸ਼ਾਹ ਆਏ ਨੇ ਪਟਨੇ, ਔਰ ਬਾਲਾ ਪ੍ਰੀਤਮ ਦੇ ਦਰਸ਼ਨ ਕੀਤੇ ਨੇ। ਤੇ ਸਾਧ ਸੰਗਤ ਦੱਸਿਆ ਹੈ, ਸੰਕੇਤ ਦੇ ਦਿੱਤਾ ਇਹ ਆਖਰੀ ਨਾਨਕ ਨੇ, 10ਵੇਂ ਨਾਨਕ। ਔਰ ਮਾਤਾ ਗੁਜਰੀ ਜੀ ਨੇ ਜਾਣ ਲਿਆ, ਗੁਰੂ ਨਾਨਕ ਦਾ 10ਵੇਂ ਜਾਮੇ ਨਾਂ ਗੋਬਿੰਦ ਰਾਏ ਤੇ ਫਿਰ ਗੁਰੂ ਗੋਬਿੰਦ ਸਿੰਘ ਹੋਣਾ ਹੈ। ਸਾਧ ਸੰਗਤ ਜੀ, ਕੁਝ ਦਿਨ ਇੱਥੇ ਰਹਿ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਰੱਬੀ ਰੰਗਾਂ ਵਿੱਚ, ਰੱਬੀ ਹੁਕਮਾਂ ਵਿੱਚ ਪੰਜਾਬ ਆ ਗਏ ਨੇ। ਪਰਿਵਾਰ ਉੱਥੇ ਹੀ ਰਹਿ ਰਿਹਾ ਹੈ। ਆਏ ਦਿਨ ਬਾਲਾ ਪ੍ਰੀਤਮ ਜੀ ਨਵੇਂ ਤੋਂ ਨਵੇਂ ਰੰਗ ਵਿੱਚ ਪ੍ਰਗਟ ਹੋ ਰਹੇ ਨੇ। ਔਰ ਸਾਧ ਸੰਗਤ ਜੀ, ਜਿਹੜਾ ਵੀ ਦੀਦਾਰੇ ਕਰਦਾ ਮੋਹਿਆ ਜਾਂਦਾ ਹੈ। ਪ੍ਰੇਮ ਵਾਲੇ ਜਦੋਂ ਦਰਸ਼ਨ ਕਰਦੇ ਨੇ, ਉਹਨਾਂ ਦੇ ਅੰਦਰ ਕੋਈ ਰਸ ਝਰਨ ਲੱਗ ਪੈਂਦਾ ਹੈ। ਲਿਖਿਆ ਹੈ, ਸੁਰਤ ਜਿੱਥੇ ਪਹੁੰਚਣਾ ਚਾਹੁੰਦੀ ਹੈ, ਪਹੁੰਚਿਆ ਨਹੀਂ ਸੀ ਜਾਂਦਾ। ਜਦੋਂ ਕਿਤੇ ਇਸ ਸੋਹਣੇ ਬਾਲ ਦੇ ਦੀਦਾਰੇ ਹੁੰਦੇ ਨੇ, ਸੁਰਤ ਆਪਣੇ ਆਪ ਸੁੱਚੇ ਘਰ ਵਿੱਚ ਪਹੁੰਚ ਜਾਂਦੀ ਹੈ। ਧਿਆਨ ਜਿੱਥੇ ਲੱਗਣਾ ਚਾਹੀਦਾ, ਬਾਰੰਬਾਰ ਟੁੱਟ ਜਾਂਦਾ ਹੈ। ਜਦੋਂ ਇਸ ਸੋਹਣੇ ਬਾਲਕੇ ਦੇ ਦੀਦਾਰੇ ਹੁੰਦੇ ਨੇ, ਸੁਤੇ ਹੀ ਧਿਆਨ ਉਸ ਰੰਗ ਵਿੱਚ ਰੰਗਿਆ ਜਾਂਦਾ ਹੈ। ਦਰਸ਼ਨ ਕਰਦਿਆਂ ਹੀ ਸੁਰਤ ਜਿਹੜਾ ਹੈ ਮਾਰਫਤ ਦੇ ਕੇ ਹਕੀਕਤ ਦੇ ਰੰਗ ਵਿੱਚ ਪਹੁੰਚ ਜਾਂਦੀ ਹੈ। ਸਾਧ ਸੰਗਤ ਪੜ੍ਹਦੇ ਸਾਰੇ ਚਾਕ ਹੋ ਜਾਂਦੇ ਨੇ। ਇਸ ਤਰ੍ਹਾਂ ਨਾਲ ਬਾਲਾ ਪ੍ਰੀਤਮ ਜੀ ਹੁਣ ਜਦੋਂ 4 ਵਰ੍ਹਿਆਂ ਦੇ ਹੋਏ ਲਿਖਿਆ, ਇੱਥੇ ਇੱਕ ਬੜੇ ਹੀ ਪ੍ਰੇਮਾ ਭਗਤੀ ਵਾਲੇ, ਜਿਹੜੇ ਰੋਜ਼ ਅੰਮ੍ਰਿਤ ਵੇਲੇ ਗੰਗਾ ਦੇ ਕੰਢੇ ਤੇ ਆ ਕੇ ਸਮਾਧੀ ਧਿਆਨ ਵਿੱਚ ਜੁੜਿਆ ਕਰਦੇ ਸੀ, ਜਿਨ੍ਹਾਂ ਨੇ ਅਨੇਕਾਂ ਹੀ ਗ੍ਰੰਥਾਂ ਨੂੰ ਪੜ੍ਹਿਆ, ਵਿਚਾਰਿਆ ਤੇ ਵੇਦਾਂ ਦਾ ਮੁਤਾਲਿਆ ਕੀਤਾ ਹੋਇਆ ਸੀ, ਜਿਨ੍ਹਾਂ ਦੀ ਸੁਰਤ ਬਾਰੰਬਾਰ ਸ਼੍ਰੀ ਕ੍ਰਿਸ਼ਨ ਜੀ ਦੇ ਦੁਆਲੇ ਪਰਿਕਰਮਾ ਕਰਿਆ ਕਰਦੀ ਸੀ, ਜਿਹੜੇ ਬਹੁਤ ਵਾਰੀ ਗੰਗਾ ਦੇ ਵਿੱਚੋਂ ਉੱਠਦੀਆਂ ਹੋਈਆਂ ਲਹਿਰਾਂ ਤੇ ਉਸ ਧੁੰਦ ਦੇ ਵਿੱਚੋਂ ਸ਼੍ਰੀ ਕ੍ਰਿਸ਼ਨ ਜੀ ਦੇ ਦਰਸ਼ਨਾਂ ਦਾ ਸੁੱਖ ਲਿਆ ਕਰਦੇ ਸੀ। ਪਰ ਫਿਰ ਵੀ ਜਿੱਥੇ ਤੱਕ ਪਹੁੰਚਣਾ ਚਾਹੁੰਦੇ ਸੀ, ਜਿਹੜੇ ਦੀਦਾਰਿਆਂ ਤੱਕ, ਕਦੇ ਉੱਥੇ ਤੱਕ ਪਹੁੰਚੇ ਨਹੀਂ ਸਨ। ਔਰ ਅੱਜ ਉਹਨਾਂ ਨੂੰ ਚਾਣਚੱਕ ਲੱਗਿਆ ਵੀ ਜਿਸ ਦਰਸ਼ਨ ਦੀਦਾਰਿਆਂ ਦੀ ਮੇਰੀ ਉਤਕੰਠਾ ਸੀ, ਪਿਆਸ ਸੀ, ਉਹ ਮੈਨੂੰ ਪ੍ਰਾਪਤ ਹੋ ਰਹੀ ਹੈ। ਮੈਨੂੰ ਨੇੜਿਓਂ ਨੇੜੇ ਅਵਤਾਰੀ ਪੁਰਸ਼ਾਂ ਦਾ ਦੀਦਾਰ ਹੋ ਰਿਹਾ ਹੈ। ਇਸ ਖੁਸ਼ੀ ਵਿੱਚ ਬੌਰੇ ਹੋਏ ਪੰਡਤ ਸ਼ਿਵ ਦੱਤ ਨੇ ਜਦੋਂ ਨੇਤਰ ਖੋਲੇ ਤੇ ਬਾਲਾ ਪ੍ਰੀਤਮ ਜੀ ਨੇ ਕਮਾਨ ਦੇ ਉੱਤੇ ਤੀਰ ਚੜਾਇਆ ਹੋਇਆ ਸੀ ਤੇ ਗੰਗਾ ਦੀਆਂ ਲਹਿਰਾਂ ਨੂੰ ਵਿੰਨ ਰਹੇ ਸਨ। ਸਾਧ ਸੰਗਤ ਫਿਰ ਕਈ ਸਮੇਂ ਆਏ, ਲਿਖਿਆ ਪਹਿਲਾਂ ਤੇ ਥੋੜੀ ਅੰਦਰ ਦੁਬਿਧਾ ਚੱਲਦੀ ਰਹੀ, ਕਿਉਂਕਿ ਇਨਸਾਨੀ ਮਨ ਹੈ। ਪਰ ਜਦੋਂ ਜਿੱਦਾਂ ਦੀ ਇਸ ਨੇ ਚਾਹਨਾ ਕੀਤੀ, ਪੰਡਤ ਸ਼ਿਵ ਦੱਤ ਨੇ ਲਿਖਿਆ ਸਾਡੇ ਗ੍ਰੰਥਾਂ ਵਿੱਚ, ਕਦੇ ਇਹਨਾਂ ਨੇ ਰਾਮ ਦੀ ਛਵੀ ਦੀ ਅੰਦਰੋਂ ਮੰਗ ਰੱਖੀ,
ਕਦੇ ਬੁੱਧ ਦੀ ਮੂਰਤੀ ਦੀ ਮੰਗ ਰੱਖੀ, ਕਦੇ ਸਾਧ ਸੰਗਤ ਜੀ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀ ਉਹਦੀ ਅੰਦਰੋਂ ਮੰਗ ਰੱਖੀ। ਪਰ ਜਦੋਂ ਹਰੇਕ ਰੰਗਾਂ ਵਿੱਚ ਇਹਨਾਂ ਨੇ ਬਾਲਾ ਪ੍ਰੀਤਮ ਜੀ ਨੂੰ ਤੱਕਿਆ, ਇਹਨਾਂ ਦੀ ਸੁਰਤ ਕਲਗੀਧਰ ਪਾਤਸ਼ਾਹ ਦੇ ਚਰਨਾਂ ਨਾਲ ਭੌਰੇ ਦੀ ਮਾਨੰਦ ਜੁੜ ਗਈ ਔਰ ਹਰ ਵੇਲੇ ਆਨੰਦ ਦੇ ਵਿੱਚ, ਖੇੜੇ ਦੇ ਵਿੱਚ ਰਹਿਣ ਲੱਗੇ। ਇੱਕ ਦਿਨ ਕੀ ਹੋਇਆ, ਇੱਥੋਂ ਦੀ ਇੱਕ ਅਮੀਰਜ਼ਾਦੀ ਤੇ ਉਹਦਾ ਪਤੀ ਜੀ ਦਾ ਨਾਂ ਹੈ ਫਤਿਹ ਚੰਦ ਮੈਣੀ, ਤੇ ਇਹਦੀ ਘਰਵਾਲੀ ਨੂੰ ਮੈਣੀ ਦੀ ਰਾਣੀ ਕਿਹਾ ਕਰਦੇ ਸਨ। ਇਹ ਪੰਡਤ ਸ਼ਿਵਦੱਤ ਕੋਲ ਆਏ ਹਨ, ਅਰਜ਼ ਗੁਜ਼ਾਰੀ ਹੈ ਕਿ ਸਾਡੇ ਘਰ ਵਿੱਚ ਬਾਲ ਹੋਵੇ, ਸਾਡਾ ਇਹ ਰਾਜ ਪਾਟ ਸਾਂਭਣ ਵਾਲਾ ਕੋਈ ਜੀ ਆ ਜਾਏ। ਪੰਡਤ ਸ਼ਿਵਦੱਤ ਕਹਿੰਦੇ ਨੇ ਮੇਰਾ ਕਰਨ ਲਈ ਉਹ ਆਪ ਆਇਆ ਹੋਇਆ ਹੈ। ਇੱਦਾਂ ਪੰਡਤ ਸ਼ਿਵਦੱਤ ਨੂੰ, ਇਹਨਾਂ ਨੂੰ ਬਾਲਾ ਪ੍ਰੀਤਮ ਦੇ ਚਰਨਾਂ ਦੀ ਲੋਹ ਲੱਗ ਗਈ ਔਰ ਇਹ ਧਿਆਨ ਧਰਨ ਲੱਗੇ, ਅੰਦਰੋਂ ਖਿੱਚ ਖਾਣ ਲੱਗੇ। ਲਿਖਿਆ ਕਈ ਵਾਰੀ ਘਰ ਵਿੱਚ ਇਹਨਾਂ ਦੇ ਘੰਟਿਆਂ ਬੱਧੀ ਸਮਾਂ ਬਸਰ ਹੋ ਜਾਂਦਾ ਔਰ ਬਾਲਾ ਪ੍ਰੀਤਮ ਦਾ ਧਿਆਨ ਹੀ ਇਹਨਾਂ ਨੂੰ ਆਏ ਦਿਨ ਨਿਰਮਲ ਪਵਿੱਤਰ ਉਦਾਸੀ ਤੋਂ ਖੇੜੇ ਵਿੱਚ ਲੈ ਕੇ ਜਾਣ ਲੱਗਿਆ। ਸਾਧ ਸੰਗਤ ਜੀ ਇੱਕ ਦਿਨ ਇਸੇ ਤਰ੍ਹਾਂ ਨਾਲ ਧਿਆਨ ਮਗਨ ਅਵਸਥਾ ਵਿੱਚ ਟਿਕੇ ਹੋਏ ਸੀ ਤੇ ਉਧਰੋਂ ਬਾਲਾ ਪ੍ਰੀਤਮ ਜੀ ਆਪਣੇ ਹਾਣੀਆਂ ਨਾਲ ਖੇਡਦੇ ਹੋਏ ਇਹਨਾਂ ਦੇ ਘਰ ਵਿੱਚ ਪਹੁੰਚ ਗਏ ਨੇ। ਇਹ ਜੋੜੀ ਅੰਤਰ ਧਿਆਨੀ ਵਿੱਚ ਟਿਕੀ ਹੋਈ ਹੈ ਔਰ ਬਾਲਾ ਪ੍ਰੀਤਮ ਮਲਕੜੇ ਜਏ ਕਹਿੰਦੇ ਮੈਣੀ ਦੀ ਰਾਣੀ ਦੀ ਗੋਦ ਵਿੱਚ ਗਏ ਔਰ ਬੜੇ ਹੀ ਪਿਆਰ ਦੇ ਵਿੱਚ ਮਾਂ ਸ਼ਬਦ ਕਹਿ ਕੇ ਪੁਕਾਰਿਆ ਹੈ। ਮੈਣੀ ਦੀ ਰਾਣੀ ਦੇ ਅੰਦਰ ਇਹ ਮਾਂ ਸ਼ਬਦ ਉਸ ਨੂੰ ਸਭ ਪਾਸਿਓਂ ਸੁਣਾਈ ਦੇਣ ਲੱਗਾ ਔਰ ਜਦੋਂ ਨੇਤਰ ਖੋਲ੍ਹਦੀ ਤੇ ਕੀ ਵੇਖਦੀ ਹੈ, ਗੋਦੀ ਵਿੱਚ ਬਾਲਾ ਪ੍ਰੀਤਮ ਦੇ ਦਿਦਾਰੇ। ਸਾਧ ਸੰਗਤ ਪ੍ਰੇਮ ਦੀ ਇਹ ਕੈਸੀ ਖੇਡ ਸੀ। ਇਹ ਮਾਂ ਸ਼ਬਦ ਕਹਿਣਾ ਸੀ ਕਿ ਮਾਨੋ ਸਾਰੀਆਂ ਭੁੱਖਾਂ ਹੀ ਗਵਾ ਦਿੱਤੀਆਂ, ਸਾਰੇ ਦੁੱਖਾਂ ਤੋਂ ਨਜਾਤ ਦਵਾ ਦਿੱਤੀ। ਔਰ ਕਹਿੰਦੇ ਨੇ ਕੁਝ ਸਮਾਂ ਇਸੇ ਰੰਗ ਵਿੱਚ ਡੁੱਬੀ ਰਹੀ ਮੈਣੀ ਦੀ ਰਾਣੀ। ਫਿਰ ਬਾਲਾ ਪ੍ਰੀਤਮ ਤੇ ਉਹਦੇ ਹਾਣੀਆਂ ਲਈ ਸੇਵਾ ਦਾ ਅੰਦਰ ਚਾਓ ਜਦੋਂ ਖਿਆਲ ਆਇਆ, ਉੱਠਣ ਲੱਗੀ, ਨਾਲੇ ਨੌਕਰ ਨੂੰ ਭੇਜਿਆ ਵੀ ਕੁਝ ਬਾਜ਼ਾਰੋਂ ਲੈ ਕੇ ਆਓ। ਬਾਲਾ ਪ੍ਰੀਤਮ ਕਹਿੰਦੇ ਨੇ ਜਿਹੜੇ ਤਲੇ ਹੋਏ ਛੋਲੇ ਪੂੜੀਆਂ ਤਿਆਰ ਕੀਤੇ ਨੇ ਉਹੀ ਮੈਨੂੰ ਤੇ ਮੇਰੇ ਸਖੀਆਂ ਨੂੰ ਛਕਾ ਦਿਓ। ਔਰ ਕਹਿੰਦੇ ਨੇ ਥੋੜਾ ਸਮਾਂ ਹੀ ਪਹਿਲਾਂ ਰਸੋਈ ਵਿੱਚ ਕੰਮ ਕਰਨ ਵਾਲੀ ਨੇ ਇਹ ਪਦਾਰਥ ਤਿਆਰ ਕੀਤੇ ਸਨ। ਸਾਧ ਸੰਗਤ ਜੀ ਇੱਦਾਂ ਬਾਲਾ ਪ੍ਰੀਤਮ ਜੀ ਆਪਣੇ ਹਾਣੀਆਂ ਨਾਲ ਉੱਥੇ ਪੂੜੀ ਛੋਲੇ ਇਹ ਪ੍ਰਸ਼ਾਦ ਛਕ ਲਿਆ ਹੈ। ਔਰ ਅੱਗੇ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਇਹਨਾਂ ਬਚਨਾਂ ਨਾਲ ਰਾਣੀ ਤੇ ਰਾਜੇ ਦੇ ਅੰਦਰੋਂ ਸਦਾ ਦੀਆਂ ਭੁੱਖਾਂ ਚਲੇ ਗਈਆਂ ਹਨ, ਸਦਾ ਆਨੰਦ ਵਿੱਚ ਟਿਕਣ ਲੱਗੇ। ਤੇ ਕਲਗੀਧਰ ਪਾਤਸ਼ਾਹ ਬਾਰੇ ਲਿਖਿਆ ਬਾਲਾ ਪ੍ਰੀਤਮ ਜੀ ਬਾਰੇ, ਕਹਿੰਦੇ ਦੁਨੀਆ ਵਿੱਚ ਕੋਈ ਐਸਾ ਪੁੱਤਰ ਦਿਸੇਗਾ ਨਹੀਂ ਜਿੱਦਾਂ ਦਾ ਵਰਤਾਰਾ ਬਾਲਾ ਪ੍ਰੀਤਮ ਜੀ ਨੇ ਪਟਨੇ ਰਹਿੰਦਿਆਂ ਹੋਇਆਂ ਇਸ ਪਰਿਵਾਰ ਦੇ ਨਾਲ ਰੱਖਿਆ ਹੈ। ਸ਼ਾਇਦ ਹੀ ਕਦੇ ਇਹਨਾਂ ਨੂੰ ਉਡੀਕਣਾ ਪਿਆ ਹੋਵੇ, ਨਹੀਂ ਤਾਂ ਰੋਜ਼ ਸ਼ਾਮਾਂ ਨੂੰ ਇਹਨਾਂ ਦੇ ਗ੍ਰਹਿ ਜਾਣਾ, ਉੱਥੇ ਦੀਵਾਨ ਸੱਜਣਾ। ਔਰ ਪੰਡਤ ਸ਼ਿਵਦੱਤ ਵੀ ਰੋਜ਼ ਦੀਦਾਰਿਆਂ ਲਈ ਉੱਥੇ ਪਹੁੰਚਣ ਲੱਗਾ। ਉਧਰ ਘਰ ਵਿੱਚ ਵੀ ਦੀਵਾਨ ਸਜਦਾ ਸੀ। 4 ਘੜੀਆਂ ਇੱਥੇ ਸਾਧ ਸੰਗਤ ਸੰਧਿਆ ਤੋਂ ਬਾਅਦ ਰਹਿਣਾ, ਇਸ ਵਾਸਤੇ ਅੱਜ ਤੱਕ ਪਟਨਾ ਸਾਹਿਬ ਦੇ ਵਿੱਚ ਸੋਦਰ ਦਾ ਪਾਠ 4 ਘੜੀ ਬਾਕੀ ਦੇ ਸਥਾਨਾਂ ਨਾਲੋਂ ਬਾਅਦ ਵਿੱਚ ਹੁੰਦਾ ਹੈ।
ਖੈਰ ਬੇਨਤੀ ਕਰ ਰਿਹਾ ਸਾਧ ਸੰਗਤ ਜੀ, ਇੱਦਾਂ ਮੇਰੇ ਪਾਤਸ਼ਾਹ ਨੇ ਇਹਨਾਂ ਨੂੰ ਨਿਵਾਜਿਆ। ਔਰ ਇੱਥੇ ਲਿਖਿਆ ਜਦੋਂ ਇਹਨਾਂ ਦੇ ਘਰੋਂ ਹੋ ਕੇ ਪਹਿਲੇ ਦਿਨ ਘਰ ਪਹੁੰਚਦੇ ਨੇ, ਮਾਤਾ ਗੁਜਰੀ ਜੀ ਨੂੰ ਬਾਲਾ ਪ੍ਰੀਤਮ ਕਹਿੰਦੇ ਨੇ, ਅੱਜ ਇੱਕ ਹੋਰ ਮਾਂ ਬਣਾ ਕੇ ਆਇਆ ਹਾਂ। ਮਾਤਾ ਗੁਜਰੀ ਜੀ ਕਹਿਣ ਲੱਗੇ, ਇੱਕ ਬਾਲਕਾ ਦੋ ਮਾਵਾਂ, ਇਹ ਕਿਵੇਂ ਦਿਸੇਗਾ ਦੋ ਮਾਵਾਂ ਨੂੰ? ਕਹਿੰਦੇ ਜਿਵੇਂ ਦੋ ਅੱਖਾਂ ਦੇ ਵਿੱਚ ਇੱਕ ਰੌਸ਼ਨੀ, ਇੱਕ ਜਿਹੜੀ ਹੈ ਨਿਗਾਹ ਹੁੰਦੀ ਹੈ। ਮਾਤਾ ਜੀ ਨੇ ਆਖਿਆ, ਇੱਕ ਬੱਚਾ ਦੋ ਮਾਵਾਂ ਦੀ ਗੋਦ ਵਿੱਚ ਕਿਵੇਂ ਖੇਡੇਗਾ? ਕਹਿਣ ਲੱਗੇ ਜਿਵੇਂ ਆਕਾਸ਼ ਦਾ ਚੰਦਰਮਾ ਇੱਕੋ ਵੇਲੇ ਦੋ ਸਰੋਵਰਾਂ ਵਿੱਚ ਖੇਡ ਰਿਹਾ ਹੁੰਦਾ ਹੈ। ਸਾਧ ਸੰਗਤ ਜੀ, ਸਾਡੇ ਗ੍ਰੰਥਾਂ ਵਿੱਚ ਲਿਖਿਆ ਹੈ, ਸਹਿਜ ਸੁਭਾਏ ਬਚਨ ਕਰਦਿਆਂ ਹੀ ਬਾਲਾ ਪ੍ਰੀਤਮ ਜੀ ਦੇ ਬੋਲਣਾ ਸਦਕਾ ਉੱਥੇ ਜਗਤਾ ਸੇਠ ਹੈ, ਮਾਧੋ ਸੇਠ ਹੈ, ਹੋਰ ਵੀ ਅਨੇਕਾਂ ਦੇ ਨਾਂ ਗ੍ਰੰਥਾਂ ਵਿੱਚ ਲਿਖੇ ਨੇ ਜਿਨ੍ਹਾਂ ਦੇ ਘਰ ਪੁੱਤਰਾਂ ਦੇ ਜਨਮ ਹੋਏ। ਅਨੇਕਾਂ ਦੇ ਦਰਸ਼ਨ ਕਰਕੇ ਹੀ ਰੋਗ ਕੱਟੇ ਗਏ। ਇੱਕ ਦਿਨ ਦੀ ਕਥਾ ਲਿਖੀ ਹੈ, ਗੰਗਾ ਦੇ ਘਾਟ ਦੇ ਉੱਤੇ ਇੱਕ ਕੋਹੜੀ ਬੈਠਾ ਸੀ, ਬਾਲਾ ਪ੍ਰੀਤਮ ਜੀ ਨੇ ਧੱਕਾ ਦੇ ਕੇ ਗੰਗਾ ਵਿੱਚ ਸੁੱਟ ਦਿੱਤਾ। ਪਰ ਜਦੋਂ ਬਾਹਰ ਆਇਆ, ਸਰੀਰ ਨਵਾਂ ਨਿਰੋਆ ਹੋਇਆ ਹੈ। ਹਾਣੀਆਂ ਨੂੰ ਲੈ ਕੇ ਕਈ ਵਾਰੀ ਮਸਨੂਈ ਜੰਗਾਂ ਵੀ ਖੇਡਦੇ ਨੇ। ਔਰ ਸਤਿਗੁਰੂ ਬਾਲਾ ਪ੍ਰੀਤਮ ਜੀ ਸਾਧ ਸੰਗਤ ਚਿੱਲੇ ਤੇ ਚੜਾਉਂਦੇ ਨੇ ਤੀਰ, ਤੇ ਉੱਡਦੇ ਬਾਜਾਂ ਦੇ ਨਾਲ ਛੱਡ ਦਿੰਦੇ ਨੇ। ਕਦੇ ਗੰਗਾ ਵਿੱਚ ਆਏ ਹੋਏ ਹੜ੍ਹ ਤੇ ਲਹਿਰਾਂ ਦੇ ਸਿਰ ਫੇਰ ਦਿੰਦੇ ਹਨ, ਕਦੇ ਬਾਲਾ ਪ੍ਰੀਤਮ ਜੀ ਦੇ ਤੀਰ ਚੱਲਦੇ ਨੇ, ਕਦੇ ਸਾਧ ਸੰਗਤ ਘੜੇ ਭੱਜਦੇ ਹਨ। ਉੱਥੇ ਆ ਕੇ ਉਹ ਔਰਤਾਂ ਮਿੱਠਾ ਮਿੱਠਾ ਉਲਾਂਭਾ ਦਿੰਦੀਆਂ ਨੇ ਮਾਤਾ ਗੁਜਰੀ ਜੀ ਨੂੰ। ਪਰ ਪਤਾ ਲੱਗਦਾ ਇਹ ਘੜੇ ਨਹੀਂ ਭੱਜੇ, ਇਹਨਾਂ ਦੇ ਮੰਦ ਕਰਮ ਭੱਜੇ ਨੇ। ਮਾਤਾ ਜੀ ਨੇ ਘੜਿਆਂ ਦੀ ਥਾਂ ਗਾਗਰਾਂ ਲੈ ਕੇ ਦੇ ਦਿੱਤੀਆਂ। ਬਾਲਾ ਪ੍ਰੀਤਮ ਜੀ ਨੇ ਤੀਰਾਂ ਨਾਲ ਉਹਨਾਂ ਦੇ ਵਿੱਚ ਜਿਹੜਾ ਹੈ ਤੀਰ ਛੱਡ ਕੇ ਤੇ ਸਾਧ ਸੰਗਤ ਉਹਨਾਂ ਨੂੰ ਛਿੱਥੇ ਕੀਤਾ। ਕਹਿੰਦੇ ਗਾਗਰਾਂ ਨਹੀਂ ਛਿੱਦੀਆਂ, ਉਹਨਾਂ ਦੇ ਪਾਪ ਕਰਮ ਮੰਦ ਕਰਮ ਛਿੱਦੇ ਹਨ। ਇੱਦਾਂ ਸਾਧ ਸੰਗਤ ਜੀ ਕਲਗੀਧਰ ਸੱਚੇ ਪਾਤਸ਼ਾਹ ਪਟਨੇ ਦੀ ਧਰਤੀ ਦੇ ਉੱਤੇ ਮਿਹਰਾਂ ਕਰ ਰਹੇ ਨੇ। ਇੱਕ ਬੜੇ ਅਦਬ ਦੀ ਕਥਾ ਲਿਖੀ ਹੈ। ਇੱਥੇ ਦੋ ਮੁਸਲਮਾਨ ਭਰਾ ਨੇ, ਕਰੀਮ ਬਖਸ਼ ਰਹੀਮ ਬਖਸ਼। ਕਦੇ ਇਹਨਾਂ ਦਾ ਬਾਗ ਅਕਾਰਨ ਹੀ ਸੁੱਕ ਰਿਹਾ ਸੀ ਤੇ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਚਰਨ ਪਾਏ ਸਨ ਤੇ ਇਹ ਬਾਗ ਫੇਰ ਹਰਿਆ ਭਰਿਆ ਹੋਇਆ ਸੀ। ਹੁਣ ਸਾਧ ਸੰਗਤ ਜੀ, ਬਾਲਾ ਪ੍ਰੀਤਮ ਗੋਬਿੰਦ ਰਾਏ ਇਹਨਾਂ ਦੇ ਬਾਗ ਵਿੱਚ ਜਦੋਂ ਜਾਂਦੇ ਹਨ, ਕਦੇ ਕਦੇ ਚੁੱਪ ਵਿੱਚ ਉਦਾਸੀਆਂ ਕਰਦੇ ਨੇ। ਆਉਣ ਵਾਲੇ ਸਮਿਆਂ ਵਿੱਚ ਕਈਆਂ ਨੂੰ ਮਿਲ ਰਹੇ ਨੇ। ਕਈ ਵਾਰੀ ਦਰਖਤ ਦੇ ਥੱਲੇ ਆਰਾਮ ਵਿੱਚ ਲੇਟ ਜਾਂਦੇ ਨੇ। ਸਾਧ ਸੰਗਤ ਤੇ ਦੋਵੇਂ ਭਰਾ ਬੜੇ ਅਦਬ ਵਿੱਚ ਦਰਸ਼ਨ ਦੀਦਾਰੇ ਕਰਦੇ ਤੇ ਲਿਖਿਆ ਹੈ ਇਹਨਾਂ ਨੂੰ ਆਪਣੇ ਬਾਗ ਦੇ ਦਰਖਤਾਂ ਦੀ ਪੱਤੀ ਪੱਤੀ ਉੱਤੇ ਕੁਰਾਨ ਦੇ ਹਰਫ ਦਿਖਾਈ ਦਿੰਦੇ ਨੇ। ਇਹ ਹਰ ਵੇਲੇ ਰੱਬੀ ਰੰਗ ਵਿੱਚ ਰਹਿਣ ਲੱਗੇ। ਇੱਦਾਂ ਸਾਧ ਸੰਗਤ ਜੀ, ਬਾਲਾ ਪ੍ਰੀਤਮ ਲਿਖਿਆ ਕਦੇ ਕਦੇ ਇੰਨੇ ਉਦਾਸ ਵੀ ਹੋ ਜਾਂਦੇ, ਕਿਸੇ ਨਾਲ ਬੋਲਦੇ ਨਹੀਂ, ਚੁੱਪ। ਹਾਣੀ ਆਉਂਦੇ ਹਨ ਪਰ ਕਿਸੇ ਵਿੱਚ ਬੁਲਾਉਣ ਦੀ ਤਾਕਤ ਨਹੀਂ, ਲੇਟੇ ਰਹਿੰਦੇ ਨੇ, ਕੁਝ ਖਾਂਦੇ ਨਹੀਂ। ਸਾਧ ਸੰਗਤ ਜੀ, ਮਾਮਾ ਕਿਰਪਾਲ ਜੀ ਫਿਕਰ ਕਰਦੇ ਨੇ। ਦਾਦੀ ਨਾਨਕੀ ਉਦਾਸ ਹੋ ਜਾਂਦੀ ਹੈ, ਪਰ ਮਾਤਾ ਗੁਜਰੀ ਜੀ ਗੰਭੀਰ ਚੁੱਪ ਵਿੱਚ ਚਲੇ ਜਾਂਦੇ ਨੇ, ਕਿਉਂਕਿ ਮਾਤਾ ਗੁਜਰੀ ਜੀ ਨੂੰ ਪਤਾ ਹੈ ਗੁਰੂ ਨਾਨਕ ਦਾ ਹਰੇਕ ਰੰਗ ਨਿਆਰਾ ਹੈ,
ਹਰੇਕ ਚੋਜ ਕਹਿਣ ਕਥਨ ਤੋਂ ਬਾਹਰਾ ਹੈ। ਇੱਦਾਂ ਸਾਧ ਸੰਗਤ ਜੀ ਬਾਲਾ ਪ੍ਰੀਤਮ ਇਹ ਨਾਂ ਪਟਨੇ ਦੇ ਹਰੇਕ ਮਨੁੱਖ ਦੇ ਹਿਰਦੇ ਦੇ ਵਿੱਚ ਵਸਣ ਲੱਗਾ। ਸਾਰਾ ਪਟਨਾ ਹੀ ਬਾਲਾ ਪ੍ਰੀਤਮ ਜੀ ਨੂੰ ਪਿਆਰ ਕਰਨ ਲੱਗਾ। ਬਾਲਾ ਪ੍ਰੀਤਮ ਨੇ ਇਸ ਧਰਤੀ ਦੇ ਉੱਤੇ 5.5 ਵਰ੍ਹਿਆਂ ਦਾ ਸਮਾਂ ਗੁਜ਼ਾਰਿਆ। ਫਿਰ ਸਾਧ ਸੰਗਤ ਜੀ ਕਦੇ ਵੀ ਵਾਪਸ ਨਾ ਆਉਣ ਲਈ ਹੁਣ ਇੱਥੋਂ ਫਿਰ ਸਤਿਗੁਰੂ ਰੱਬੀ ਹੁਕਮਾਂ ਵਿੱਚ ਆਨੰਦਪੁਰ ਸਾਹਿਬ ਆ ਜਾਂਦੇ ਨੇ। ਸਤਿਗੁਰੂ ਦਾਤਾ ਜੀ ਦਇਆ ਕਰਨ, ਐਸੇ ਸੋਹਣਿਆਂ ਦਾਤਿਆਂ ਦਾ ਨਾਂ ਲੈਣਾ, ਉਹਨਾਂ ਦੀਆਂ ਗੱਲਾਂ ਕਰਨੀਆਂ, ਉਹਨਾਂ ਦੀਆਂ ਬਾਤਾਂ ਪਾਉਣੀਆਂ। ਸਾਧ ਸੰਗਤ ਜੀ ਇਹ ਵੱਡੇ ਭਾਗ ਜਾਣਨੇ ਚਾਹੀਦੇ ਹਨ। ਐਸੇ ਦਾਤਿਆਂ ਨੂੰ ਯਾਦ ਕਰਦਿਆਂ ਸੁਤੇ ਹੀ ਰੱਬੀ ਯਾਦ ਹਿਰਦੇ ਦਾ ਸ਼ਿੰਗਾਰ ਬਣ ਜਾਂਦੀ ਹੈ। ਬੇਅੰਤ ਭੁੱਲਾਂ ਦੀ ਖਿਮਾ ਬਖਸ਼ਦਿਆਂ ਪਿਆਰ ਅਦਬ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।